ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਤੁਮ ਦੁਆਰਸ ਗੁਰਨ ਕੋ ਤੇਰੀ ਹੈ ਪ੍ਰਣਾਮ। सोलह सुंदर में बसाखी का दिन भागा वाला ਤਸਵੀਰ ਬਦਲਣ ਦੇ ਲਈ ਸੰਗਤਾਂ ਦਾ ਇਕੱਠ ਕਰਵਾਇਆ ਸੀ। ਦੋ ਤੋਂ ਤਿੰਨ ਬਣਾਉਣ ਦੇ ਲਈ ਬਣਾਉਣ ਦੇ ਲਈ ਸਤਿਗੁਰਾਂ ਨੇ ਕਾਜ ਰਚਾਇਆ ਸੀ। ਦਿਨ ਪਾਗਾ ਵਾਲਾ
80,000 ਸੰਗਤਾਂ ਦੇ ਵਿੱਚੋਂ 20,000 ਨੇ ਜੈਕਾਰਾ ਗਾਇਆ ਸੀ ਦਿਨ ਭਾਗਣ ਵਾਲਾ। ਬਣ ਗਏ ਪੰਜ ਪਿਆਰੇ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਐਸਾ ਰੂਪ ਸਤਿਗੁਰਾਂ ਸਜਾਇਆ ਸੀ ਦਿਨ ਭਾਗਾ ਵਾਲਾ। ਵਿਸਾਖੀ ਕਹਿੰਦੇ ਨੇ, ਇਸ ਦਿਨ ਨੂੰ ਵਿਸਾਖੀ ਕਹਿੰਦੇ ਨੇ। ਬਿਨਾਂ ਪੈਰ ਤੋਂ ਸੂਰਮੇ ਰਹਿੰਦੇ ਨੇ, ਨਾ ਮੰਨਣ ਕਿਸੇ ਪੀਰ ਦੀ ਸਤਿਗੁਰਾਂ ਨੇ ਸਿਖਾਇਆ ਸੀ ਉਹ ਦਿਨ ਭਾਗਾ ਵਾਲਾ। ਸਤਿਗੁਰਾਂ ਦੇ ਪਵਿੱਤਰ ਅਤੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਪਰਮ ਸਤਿਕਾਰਯੋਗ ਸਤ ਸੰਗਿਓ, ਆਓ ਜਿੰਨੇ ਵੀ ਇੱਥੇ ਮਾਈ ਭਾਈ ਸਾਧ ਸੰਗਤ ਦੇ ਰੂਪ ਵਿੱਚ ਬੈਠੇ ਨੇ,
अपने मन बिरती ਨੂੰ ਇਕਾਗਰ ਕਰੀਏ, ਰਸਨਾ ਨੂੰ ਪਵਿੱਤਰ ਕਰੀਏ, ਸਭ ਕੱਜ ਕੇ ਆਖੀਏ ਧੰਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਇੱਕ ਵਾਰੀ ਫਿਰ ਸਾਰਿਆਂ ਨੇ ਕਿਰਪਾ ਕਰਨੀ ਹੈ, ਉਹਨਾਂ ਸਤਿਗੁਰਾਂ ਨੂੰ ਅਸਾਂ ਯਾਦ ਕਰਨਾ ਹੈ ਜਿਨ੍ਹਾਂ ਦਾ ਅੱਜ ਦੇ ਦਿਹਾੜੇ ਨਾਲ ਬੜਾ ਹੀ ਗੂੜਾ ਤਾਲੁਕ ਹੈ, ਜਿਨ੍ਹਾਂ ਦੇ ਵਾਸਤੇ ਕਿਸੇ ਕਵੀ ਨੇ ਲਿਖਿਆ ਹੈ, ਕਰਤਾਰ ਕੀ ਸੁਗंध है नानक की कसम है, जितनी पी तारीफ करो गुरु गोबिंद सिंह की कम है। तो आओ उन्हें साहिब कमाल अमृत के दाते उन्हें सतगुਰਾਂ ਨੂੰ याद करिए, मन हृदय ਵਿੱਚ ਵਸਾਈਏ, ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। आओ ਹੁਣ ਉਹਨਾਂ ਸਤਿਗੁਰਾਂ ਨੂੰ ਵੀ याद करिए ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਇਹ ਸਾਰਾ ਸਾਲ ਮਨਾਉਂਦੇ ਆ ਤੇ ਮਨਾਉਂਦੇ ਰਹਿਣਾ ਹੈ। ਉਹਨਾਂ ਸਤਿਗੁਰਾਂ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਈਏ, ਚਰਨਾਂ ਤੇ ਨਤਮਸਤਕ ਹੋਈਏ, ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਤੇ ਜਿਨ੍ਹਾਂ ਦੇ ਦਿਦਾਰੇ ਅਸਾਂ 53 ਸਾਲ ਕੀਤੇ ਨੇ, ਆਓ ਉਹਨਾਂ ਸਤਿਗੁਰਾਂ ਨੂੰ ਵੀ ਮਨ ਹਿਰਦੇ ਵਿੱਚ ਵਸਾਈਏ, ਚਰਨਾਂ ਤੇ ਨਤਮਸਤਕ ਹੋਈਏ, ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਆ ਮਨੁੱਖ ਜਦੋਂ ਵੀ ਸੰਸਾਰ ਤੇ ਆਉਂਦਾ ਹੈ, ਬੜੇ ਤਰ੍ਹਾਂ ਦੇ ਕਾਰਜ ਕਰਦਾ ਹੈ, ਆਣ ਕੇ ਹਰ ਪਾਸੇ ਉਹਦੀ ਇਹ ਅਭਿਲਾਸ਼ਾ ਹੁੰਦੀ ਹੈ ਕਿ ਮੇਰਾ ਕਾਰਜ ਜਿਹੜਾ ਉਹ ਸਫਲ ਹੋਵੇ। ਕਾਰਜ ਭਾਵੇਂ ਉਹ ਰਾਜਸੀ ਹੋਵੇ, ਧਾਰਮਿਕ ਹੋਵੇ, ਚਾਹੇ ਸਮਾਜਿਕ ਹੋਵੇ, ਪਰ ਮਨ ਦੀ ਇਹ ਅਭਿਲਾਸ਼ਾ ਹੁੰਦੀ ਹੈ ਕਿ ਕਾਰਜ ਸਫਲ ਹੋਣਾ ਚਾਹੀਦਾ ਹੈ। ਇਹ ਕਿਸ ਤਰ੍ਹਾਂ ਸਫਲ ਹੁੰਦਾ ਹੈ? ਗੁਰਮਤਿ ਅਨੁਸਾਰ, ਗੁਰਸਿੱਖੀ ਦੇ ਅਨੁਸਾਰ ਜਦੋਂ ਸਮੇਂ ਦੇ ਸਤਿਗੁਰ ਦੀ ਮੋਹਰ ਲੱਗਦੀ ਹੈ ਤਾਂ ਫਿਰ ਮਨੁੱਖ ਦਾ ਕਾਰਜ ਉਹ ਸਫਲ ਹੁੰਦਾ ਵੇਖਿਆ ਗਿਆ। ਜਦੋਂ ਮਨੁੱਖ ਦਾ ਕਾਰਜ ਸਫਲ ਹੁੰਦਾ ਵੇਖਿਆ ਤਾਂ ਫਿਰ ਮਨੁੱਖ ਦਾ ਜੀਵਨ ਵੀ ਸਫਲ ਹੁੰਦਾ ਵੇਖਿਆ ਗਿਆ। ਆਓ ਸਮੇਂ ਦੇ ਸਤਿਗੁਰ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਈਏ। ਕੈਸਾ ਹੈ ਉਹ ਸਮੇਂ ਦਾ ਸਤਿਗੁਰ? ਕਿਸੇ ਕਵੀ ਨੇ ਉਸ ਦੀ ਸਿਫਤ ਲਿਖੀ ਹੈ ਵੀ ਕਿੰਨਾ ਸ਼ਕਤੀਸ਼ਾਲੀ ਹੈ, ਕਿੰਨਾ ਬਲਸ਼ਾਲੀ ਹੈ ਜਿਹੜਾ ਸਮੇਂ ਦੇ ਸਤਿਗੁਰ ਹੈ। तेरा नाम लिया बेड़ा पार होया, ते हारी होई द्रौपदा जित गई, पापन वड्डी संसार च भूतना सी, हरि कहया सिद्धि मैं कुंड च गई, निधे नाम चलिया वड्याइयां ਚਰਨਾਂ ਦੇ ਨਤਮਸਤਕ ਹੋਈਏ, ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੱਜ ਸਾਧ ਸੰਗਤ ਜੁੜ ਕੇ ਨਾਮ ਸਿਮਰਨ ਕਰ ਰਹੀ ਹੈ, ਭਜਨ ਬੰਦਗੀ ਕਰ ਰਹੀ ਹੈ। ਹਰ ਜਸ ਸੁਣਿਆ ਜਾ ਰਿਹਾ ਹੈ। ਵਿਸਾਖੀ ਦਾ ਦਿਹਾੜਾ ਅੱਜ ਸਭ ਤੋਂ ਮਹਾਨ ਗੁਰਸਿੱਖੀ ਸਮਾਜ ਦੇ ਵਿੱਚ ਵਿਸਾਖੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਜਗ੍ਹਾ ਜਗ੍ਹਾ ਮੇਲੇ ਮਨਾਏ ਜਾ ਰਹੇ ਨੇ, ਸਾਧ ਸੰਗਤ ਜਿੱਥੇ ਜਿੱਥੇ ਵੀ ਜੁੜ ਰਹੀ ਹੈ। ਇਹ ਜਿਹੜਾ ਦਿਨ ਹੈ ਇਹ ਖਾਲਸੇ ਦਾ ਸਿਰਜਣਾ ਦਿਵਸ ਦਿਨ ਦੱਸਿਆ ਗਿਆ। ਇਹਨੂੰ ਖਾਲਸਾ ਦਿਵਸ ਵੀ ਅੱਜ ਅਸੀਂ ਕਹਿ ਸਕਦੇ ਹਾਂ। ਅੱਜ ਜਿਹੜਾ ਜਗ੍ਹਾ ਜਗ੍ਹਾ ਮਨਾਇਆ ਜਾ ਰਿਹਾ ਹੈ 14 ਅਪ੍ਰੈਲ 1 ਵਿਸਾਖ, ਅੱਜ ਦੇ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹ ਕੁਰਾਹੇ ਪਏ ਲੋਕਾਂ ਨੂੰ, ਉਹ ਢੱਠੇ ਪਏ ਲੋਕਾਂ ਨੂੰ, ਉਹ ਡਿੱਗੇ ਹੋਏ ਲੋਕਾਂ ਨੂੰ, ਨਿਰਬਲ ਜਿਹੜੇ ਹੋਏ ਪਏ ਨੇ ਉਹਨਾਂ ਨੂੰ ਅੰਮ੍ਰਿਤ ਦਾ ਦਾਨ ਦੇ ਕੇ, ਸਿੱਖੀ ਦਾ ਪਹਿਰਾਵਾ ਪਾ ਕੇ ਤੇ ਸੂਰਮਾ ਬਣਾਤਾ। ਅੱਜ ਦੇ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਐਸੇ ਸਿੱਖ ਬਣਾਤੇ ਨੇ, ਸਾਬਤ ਸੂਰਤ ਮੂਰਤ, ਜਿਹੜੇ ਲੱਖਾਂ ਦੀ ਗਿਣਤੀ 'ਚ ਦੂਰੋਂ ਹੀ ਨਜ਼ਰ ਆਉਂਦੇ ਨੇ ਤੇ ਜਿਹੜੇ ਕਦੀ ਮਨ 'ਚ ਇਕੱਠੇ ਨਹੀਂ, ਕਦੇ ਡਿੱਗੇ ਨਹੀਂ, ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰਹੇ ਨੇ। ਐਸਾ ਸੂਰਮਾ ਸਿੱਖ ਬਣਾਇਆ ਅੱਜ ਦੇ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ। ਅੱਜ ਵਿਸਾਖੀ ਦਾ ਦਿਹਾੜਾ ਬੜੀ ਧੂਮਧਾਮ ਨਾਲ
दिल्ली हरियाणा पंजाब देशों विदेशों च मनाया जा रहा है। अब पिछले हफ्ते ही एक मैं खबर सुनी सी भी अमरीका दे विच भी अज का दिन भाव 14 अप्रैल को सिख डे के हिसाब नाल मनाया जाना। उत्थे कितना महान दिन मनिया गया। देखो इतिहास के पन्नियां च सुराने सुनहरे अक्षरों में अज का दिन जिहड़ा वो इतिहास के पन्नियां च देखा गया। तो सतगुरु गोबिंद सिंह सच्चे पातशाह जी नाल ये संबंध उन्होंने सारे साडे ते उपकार कीते ने। ये जिन्ने भी अज असी साबत सूरत मूरत सिख नजर आ रहे हैं, ये सब सतगुरु गोबिंद सिंह सच्चे पातशाह जी की कृपा है। सो गुरु गोबिंद सिंह सच्चे पातशाह संसार में आए की कीता उन्होंने आन के कैसा सी समा उदों ते की कुछ करना पिया। आओ इहदे अज थोड़ा झाती मार लीए। विसाखी के दिहाड़े ते कहते ने वो संतों के लिए पका लेके आया, वो दुष्टों के लिए कजा लेके आया, दिल में वो जनता का दर्द लेके आया और वो उस दर्द की दवा लेके आया। वो शक्ति को महफूज रखने की खातिर पत्थर पे घिसकर हिना लेके आया। सत्कार में झुक जाओ ऐ सुनने वालों, खुदा का संदेशा खुदा लेके आया। जिन्होंने सतगुरु ने अकाल पुरख ने आप भेजा सी ਤੁਹਾਡੇ वास्ते भी जाके उत्थे एक नवा पंथ तैयार करना है। ऐसा पंथ तैयार करना जाके जेड़ा कभी निर्बल ना होवे, कभी कमजोर ना होवे, हमेशा चढ़दियां कला विच नाम दे बाणी नाल जुड़िया रहे। तो आओ अज इस विसाखी के दिहाड़े ते इस विसाखी के दिहाड़े का इतिहास खोलिए। 363 साल पीछे जाके असी वेखने हैं भी उदों समा कैसा सी जदों गुरु गोबिंद सिंह सच्चे पातशाह जी आन के ये जिहड़ा पंथ साजना पिया, ये दिन जिहड़ा वो स्थापना करनी पई है। 5 प्यारे थापने पए ने क्यों और किस तरह का समा सी, ये थोड़ी जी झाती मारिए भी कैसा समा सी उदों। सतगुरु गोबिंद सिंह सच्चे पातशाह जदों आए ने उदों बादशाह औरंगजेब का राज चल रहा सी। बड़ा क्रूर राजा मन्निया गया। इसने अपने राज दे विच सतगुरु गोबिंद सिंह सच्चे पातशाह ते कहते सन भी मैं 2 तो 3 कर देंगा, पर ये बादशाह जिहड़ा सी ये कहता सी मैं 2 तो 1 कर देंगा। भाव मैं कोई हिंदू रह नहीं देना, सारा मुसलमान करके रख देना। इस तरह का समा उदों चल रहा सी। सिख जिहड़े सन, हिंदू जिहड़े सन बड़े कमजोर होए पे सन। उन्हां समयां ते बड़े निर्बल होए पे सन, कट्ठे होए पे सन मनां दे। सतगुरु गोबिंद सिंह सच्चे पातशाह ने वेख्या भी ऐसा समा है भाई जदों हिंदू ना ते किते घोड़े ते चढ़ सकदा सी, ना कोई अपने हाथ में शस्त्र लै सकदा सी। इन्हां दियां मावां धियां बहु बेटियां जिहड़ियां वो भी महफूज नहीं सन उन्हां समयां ते जदों गुरु घर दे कोई दर्शन करन भी आंदा सी ते ये लोग उन्हां कोलों भेटां जिहड़ी खोह लैंदे हुंदे सन। जदों किसे सिख साध ने दसवंध देण आउणा वो भी इन्हां ने खोह लेना। किसे सिख साध ने किसे वधिया घोड़े ते आउणा वो भी ये मुगलिया शासक दे जिहड़े लोग सन इन्हां ने खोह लेना। जगह इन्होंने दबा के रखा से हिंदू सिखा उन्होंने समयां दे विच। सतगुरु गोबिंद सिंह सच्चे पातशाह वेख्या भाई सिख पंथ जिहड़ा बड़ा कमजोर हो गया, निर्बल हो गया, ये तो हुण वीर रस में लियाउणा है, बहादुर बनाउणा है। क्योंकि वो लोग जिहड़े आप ही कमजोर सन, आप ही ढट्ठे होए सन, डिगे होए सन, उन्हां किसी की की रक्षा करनी है, किसी को की उठाना है, किसी का की आदर मान करना है। तो इस समय को इस तरह वेधिया होया सतगुरु गोबिंद सिंह सच्चे पातशाह जी ने उन्होंने समयां दे विच फिर ये सोचा भाई चलो इसनूं फिर प्योंत करके नवा खालसा बनाया जाए, ऐसी वीरता इहदे च भरती जाए, बस ये किते भी फिर डिगण जोगा ना रहे। साथ
ਉਹ ਜੀ ਵਿਸਾਖੀ ਵਾਲੇ ਦਿਨ ਸੰਗਤਾਂ ਦੇ ਵਿੱਚ ਖੜ ਕੇ, ਵਿਸਾਖੀ ਵਾਲੇ ਦਿਨ ਸੰਗਤਾਂ ਦੇ ਵਿੱਚ ਖੜ ਕੇ, ਵਿਸਾਖੀ ਵਾਲੇ ਦਿਨ ਸੰਗਤਾਂ ਦੇ ਵਿੱਚ ਬਹਾਦਰ ਬਣਾਉਣ ਵਾਸਤੇ ਤੇ ਵੀਰਤਾ ਰਸ ਇਹਨਾਂ ਚ ਭਰਨ ਵਾਸਤੇ 30 ਮਾਰਚ ਤੋਂ ਸੰਗਤਾਂ ਦਾ ਇਕੱਠ ਜਿਹੜਾ ਨਾ ਉਹ ਕਰਨਾ ਸ਼ੁਰੂ ਕਰ ਦਿੱਤਾ। ਜਗ੍ਹਾ ਜਗ੍ਹਾ ਇਹਨਾਂ ਨੇ ਫਿਰ ਉਹ ਸੰਦੇਸ਼ੇ ਭੇਜੇ ਨੇ ਸਾਧ ਸੰਗਤ ਨੂੰ, 30 ਮਾਰਚ ਨੂੰ ਅਨੰਦਪੁਰ ਸਾਹਿਬ ਕੇਸਗੜ੍ਹ ਤੇ ਸਾਰੇ ਇਕੱਠੇ ਹੋਣ, ਉੱਥੇ ਬੜਾ ਭਾਰੀ ਮੇਲਾ ਹੁੰਦਾ ਹੈ। ਜਿਸ ਨੂੰ ਨਹੀਂ ਪਤਾ ਲੱਗਿਆ ਆਪਣੇ ਸਤਿਗੁਰੂ ਦਾ ਮੈਸੇਜ ਪਹੁੰਚਿਆ, ਸੰਦੇਸ਼ ਪਹੁੰਚਿਆ, ਜਿਸ ਤਰ੍ਹਾਂ ਜਿਹਦਾ ਸਾਧਨ ਬਣਿਆ ਹੈ, ਕੋਈ ਸਾਈਕਲਾਂ ਤੇ ਆ ਰਿਹਾ ਹੈ, ਕੋਈ ਪੈਦਲ ਆ ਰਿਹਾ ਹੈ, ਕੋਈ ਗੱਡੀਆਂ ਤੇ ਬੈਠ ਕੇ ਆ ਰਿਹਾ ਹੈ, ਕੋਈ ਘੋੜਿਆਂ ਤੇ ਆ ਰਿਹਾ ਹੈ, ਬੜਾ ਵੱਡਾ ਇਕੱਠ ਜਿਹੜਾ ਉਹ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਤੇ ਕੀਤਾ ਗਿਆ ਉਹਨਾਂ ਸਮਿਆਂ ਦੇ ਵਿੱਚ। ਉਹ ਜਿਹੜਾ ਇਕੱਠ ਸੀ ਉੱਥੇ ਇਤਿਹਾਸ ਵਿੱਚ ਲਿਖਿਆ ਗਿਆ ਵੀ ਲਗਭਗ 80,000 ਦੇ ਕਰੀਬ ਸੰਗਤ ਇਕੱਠੀ ਹੋਈ ਉਹਨਾਂ ਸਮਿਆਂ ਦੇ ਉੱਤੇ। ਬੜਾ ਵੱਡਾ ਇਕੱਠ ਹੋਇਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉੱਥੇ ਜਿਹੜੀ ਸ਼ਕਤੀ ਹਾਸਲ ਕੀਤੀ ਸੀ, ਨੈਣਾ ਦੇਵੀ ਪਰਬਤ, ਉੱਥੇ ਇਹਨਾਂ ਨੇ ਇਸ ਕਾਰਜ ਨੂੰ ਆਰੰਭ ਕਰਨ ਤੋਂ ਪਹਿਲਾਂ ਹੀ ਹਵਨ ਜਗ ਕੀਤਾ। ਨੈਣਾ ਦੇਵੀ ਦੇ ਉੱਤੇ ਪੰਡਤ ਕੇਸ਼ਵ ਦਾਸ ਨੂੰ ਨਾਲ ਲੈ ਕੇ ਤਾਂ ਸਮਾਂ ਐਸਾ ਆਇਆ 11 ਮਹੀਨੇ ਹੋ ਗਏ ਸ਼ਕਤੀ ਦੀ ਪ੍ਰਾਪਤੀ ਵਾਸਤੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹੜਾ ਉਹ ਕਾਰਜ ਰੱਬਿਆ ਸੀ ਹਵਨ ਜਗ ਦਾ, ਉਹਨੂੰ ਹੁੰਦਿਆਂ 11 ਮਹੀਨੇ ਹੋ ਗਏ। ਸਤਿਗੁਰਾਂ ਇੱਕ ਦਿਨ ਪੰਡਤ ਕੇਸ਼ਵ ਦਾਸ ਨੂੰ ਪੁੱਛਿਆ ਬਈ ਕੀ ਗੱਲ, ਕੋਈ ਪ੍ਰਾਪਤੀ ਨਹੀਂ ਹੁੰਦੀ? ਤੇ ਪੰਡਤ ਕੇਸ਼ਵ ਦਾਸ ਜਿਹੜਾ ਉਹਦੇ ਮਨ ਦੀ ਚਤੁਰਤਾ ਸੀ, ਉਹਨੇ ਆਖਿਆ ਮਹਾਰਾਜ ਜਿੰਨੀ ਦੇਰ ਕੋਈ ਬਲੀ ਨਹੀਂ ਨਾ ਦਵੋਗੇ ਉਨੀ ਦੇਰ ਕੋਈ ਇੱਥੇ ਪ੍ਰਾਪਤੀ ਨਹੀਂ ਹੋਵੇਗੀ ਸ਼ਕਤੀ ਦੀ। ਉਹਦਾ ਇਸ਼ਾਰਾ ਜਿਹੜਾ ਉਹ ਸਾਹਿਬਜ਼ਾਦਿਆਂ ਵੱਲ ਸੀ ਵੀ ਮੈਂ ਸਾਹਿਬਜ਼ਾਦਿਆਂ ਦੀ ਕਿਸੇ ਨਾ ਕਿਸੇ ਦੀ ਬਲੀ ਦਵਾਵਾਂ ਇੱਥੇ। ਜਦੋਂ ਉਹਨੇ ਦੱਸਿਆ ਬਈ ਇੱਥੇ ਬਲੀ ਦੇਣੀ ਪਏਗੀ ਤਾਂ ਸ਼ਕਤੀ ਜਿਹੜੀ ਉਹ ਦੇਵੀ ਪ੍ਰਗਟ ਹੋਏਗੀ, ਤਾਂ ਸਤਿਗੁਰਾਂ ਆਖਿਆ ਬਈ ਇਹ ਤਾਂ ਬੜੀ ਵਧੀਆ ਗੱਲ ਹੈ ਬਈ ਕੋਈ ਧਰਮੀ ਕਰਮੀ ਪੁਰਖ ਜਿਹੜਾ ਮਰਿਆਦਾ ਦਾ ਧਾਰਨੀ ਉਹ ਜੇ ਬਲੀ ਦੇਵੇ ਤਾਂ ਫਿਰ ਜ਼ਰੂਰ ਹੀ ਸ਼ਕਤੀ ਪੈਦਾ ਹੋਵੇਗੀ, ਉਹ ਦੇਵੀ ਜ਼ਰੂਰ ਪ੍ਰਗਟ ਹੋਵੇਗੀ। ਤਾਂ ਫਿਰ ਪੰਡਤ ਕੇਸ਼ਵ ਦਾਸ ਪੁੱਛਦਾ ਫਿਰ ਕਿਹਦੀ ਦੇਵੀ ਕਿਹਦੀ ਬਲੀ ਦਿੱਤੀ ਜਾਵੇ? ਤਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਿਆ ਵੀ ਤੇਰੇ ਤੋਂ ਇਲਾਵਾ ਤੇਰੇ ਤੋਂ ਜ਼ਿਆਦਾ ਧਰਮੀ ਕਰਮੀ ਹੋਰ ਕਿਹੜਾ ਹੋ ਸਕਦਾ ਹੈ? ਜਦੋਂ ਇੰਨੀ ਗੱਲ ਉਹਨੇ ਪੰਡਤ ਕੇਸ਼ਵ ਦਾਸ ਤੇ ਸੁਣੀ ਤੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ। ਬਈ ਮੈਂ ਹੀ ਸਲਾਹਾਂ ਦੇ ਦਿਆਂ ਸਾਂ ਤੇ ਮੈਂ ਹੀ ਉੱਥੇ ਆ ਕੇ ਫਸ ਗਿਆ। ਜਿਹੜਾ ਬੋਲੇ ਕੋਈ ਕੁੰਡਾ ਖੋਲੇ ਘਬਰਾ ਗਿਆ ਬਈ ਇਹ ਤੇ ਮੇਰੀ ਹੀ ਬਲੀ ਦੇਣ ਨੂੰ ਤੁਰੇ ਗਏ ਨੇ। ਬਹਾਨਾ ਲਾਇਆ ਸਤਿਗੁਰਾਂ ਅੱਗੇ ਵੀ ਮੈਨੂੰ ਕੋਈ ਲਘੂ ਸ਼ੰਕਾ ਹੋ ਗਈ ਏ ਤੇ ਮੈਂ ਹੁਣੀ ਉਹ ਕਰਕੇ ਆਇਆ।
ਇਹ ਉਹ ਨੈਣਾ ਦੇਵੀ ਜਿਹੜੀ ਪਹਾੜੀ ਤੇ ਹਵਨ ਜਗ ਹੋਣ ਡਿਆ ਸੀ, ਬਹੁਤ ਉੱਚੀ ਪਹਾੜੀ ਸੀ। ਇਹ ਫਟਾਫਟ ਸਤਿਗੁਰਾਂ ਕੋਲ ਇਜਾਜ਼ਤ ਲੈ ਕੇ ਬਹਾਨਾ ਬਣਾ ਕੇ ਤੇ ਥੱਲੇ ਆ ਗਿਆ। ਇਹਨੂੰ ਪਤਾ ਸੀ ਜੇ ਮੈਂ ਇੱਥੇ ਰੁਕ ਗਿਆ ਤੇ ਮੇਰੀ ਬਲੀ ਦਿੱਤੀ ਜਾਣੀ ਹੈ। ਇਹ ਬਹਾਨਾ ਬਣਾ ਕੇ ਥੱਲੇ ਆ ਗਿਆ। ਸਤਿਗੁਰਾਂ ਬੜਾ ਇਹਦਾ ਇੰਤਜ਼ਾਰ ਕੀਤਾ, ਪਤਾ ਲੱਗ ਗਿਆ ਸੱਚੇ ਪਾਤਸ਼ਾਹ ਨੂੰ ਵੀ ਹੁਣ ਇਹ ਨਹੀਂ ਹੁੰਦਾ। ਇਹ ਹੁਣ ਚਲਾ ਗਿਆ ਪੰਡਤ ਕੇਸ਼ਵ ਦਾਸ ਬਹਾਨਾ ਲਾ ਕੇ, ਇਹਨੇ ਨਹੀਂ ਆਉਣਾ ਹੁਣ ਇੱਥੇ। ਸਤਿਗੁਰਾਂ ਕੀ ਕੀਤਾ, ਜਿੰਨਾ ਵੀ ਹਵਨ ਸਮੱਗਰੀ ਪਈ ਹੋਈ ਸੀ ਨਾ, ਉਹਦਾ ਸਮਾਨ ਸਾਰਾ ਹਵਨ ਦਾ ਸਤਿਗੁਰਾਂ ਸਾਰੇ ਜੋ ਕਹਿੰਦੇ ਇੱਕਦਮ ਹੀ ਸਾਰਾ ਉਹਦੇ ਹਵਨ ਜਗ ਕੁੰਡ ਦੇ ਵਿੱਚ ਪਾ ਦਿੱਤਾ। ਹਵਨ ਕੁੰਡ 'ਚ ਜਦੋਂ ਸਾਰਾ ਸਮਾਨ ਪਾਇਆ ਤਾਂ ਫਿਰ ਬੜੀਆਂ ਉੱਚੀਆਂ ਉੱਚੀਆਂ ਦੂਰ ਦੂਰ ਤੱਕ ਲਾਟਾਂ ਫਿਰ ਗਈਆਂ ਨੇ ਉਸ ਹਵਨ ਕੁੰਡ ਦੀਆਂ, ਕਿਉਂਕਿ ਪਹਿਲੇ ਪਹਾੜੀ ਦੇ ਉੱਤੇ ਸੀ। ਤਾਂ ਫਿਰ ਜਦੋਂ ਸਾਰਾ ਸਮੱਗਰੀ ਦਾ ਸਮਾਨ ਸਤਿਗੁਰਾਂ ਪਾਤਾ ਤਾਂ ਫਿਰ ਬਹੁਤ ਉੱਚੀ ਉੱਚੀ ਉਹ ਲਾਟਾਂ ਗਈਆਂ ਨੇ, ਅਸਮਾਨ ਨੂੰ ਛੂਹਣ ਵਾਲੀਆਂ ਸਨ। ਇੰਨਾ ਉਦੋਂ ਸਮੱਗਰੀ ਤੇ ਘਿਓ ਵਗੈਰਾ ਸਤਿਗੁਰਾਂ ਪਾਇਆ ਉਹਦੇ 'ਚ। ਜਦੋਂ ਇਹ ਸਾਰਾ ਸਮਾਨ ਪਾਇਆ ਉਹਦੇ 'ਚ ਤਾਂ ਫਿਰ ਦੇਵੀ ਪ੍ਰਗਟ ਹੋਈ ਹੈ ਇਸਤਰੀ ਰੂਪੀ। ਸਤਿਗੁਰਾਂ ਫਿਰ ਉਹਨੂੰ ਨਮਸਕਾਰ ਕੀਤਾ, ਦੇਵੀ ਨੂੰ ਨਮਸਕਾਰ ਕੀਤਾ ਤਾਂ ਫਿਰ ਦੇਵੀ ਨੇ ਪ੍ਰਗਟ ਹੋ ਕੇ ਫਿਰ ਉਹ ਸ਼ਕਤੀ ਜਿਹੜੀ ਸੀ ਉਹ ਸਤਿਗੁਰਾਂ ਨੂੰ ਪ੍ਰਦਾਨ ਕੀਤੀ ਹੈ, ਜਿਹਦੇ ਵਾਸਤੇ ਸੱਚੇ ਪਾਤਸ਼ਾਹ ਇਹਨਾਂ ਹਵਨ ਜਗ ਕਰਨ ਦੇ ਸਨ, ਇਹਨਾਂ ਯਤਨ ਕਰਨ ਦੇ ਸਨ ਉਹਨਾਂ ਸਮਿਆਂ ਦੇ। ਸੋ ਸੱਚੇ ਪਾਤਸ਼ਾਹ ਨੇ 11 ਮਾਹ ਹੋ ਗੁਜ਼ਰੇ ਹਵਨ ਕਰਦਿਆਂ ਨੂੰ ਤੇ ਚਿਹਰੇ ਪ੍ਰਗਟ ਅਚਰਜ ਜਮਾਲ ਹੋਇਆ। ਕਰਦੇ ਕਰਦੇ ਬੜੀ ਹੈਰਾਨਗੀ ਹੋਈ ਉਹਨਾਂ ਨੂੰ। ਬ੍ਰਹਮਚਰਜ ਸੀ, ਵਧਿਆ ਤੇਜ ਭਾਰਾ, ਚਿਹਰਾ ਸੇਬ ਵਾਂਗੂ ਭਖ ਕੇ ਲਾਲ ਹੋਇਆ। ਅੱਖਾਂ ਸਾਹਮਣੇ ਕੋਈ ਨਾ ਕਰ ਸਕੇ, ਵੇਖ ਨੂਰ ਭਰਪੂਰ ਝਲਕਾਰ ਹੋਇਆ। ਤੇਰੇ ਖੇਲ ਅਜੀਬ ਕਰਤਾਰ ਸਿੰਘਾ, ਹਵਨ ਜਗ ਦਾ ਕਿੰਨਾ ਖਿਆਲ ਹੋਇਆ। ਹਵਨ ਜਗ ਤੋਂ ਕਰਦੇ ਜਦੋਂ ਕੋਈ ਸ਼ਕਤੀ ਪ੍ਰਾਪਤ ਹੋਈ ਤਾਂ ਫਿਰ ਸਤਿਗੁਰਾਂ ਨੇ ਉਸ ਸ਼ਕਤੀ ਨੂੰ ਲੈ ਕੇ ਉਹਦੀ ਜੈ ਜੈ ਕਰਨ ਵਾਸਤੇ ਫਿਰ ਉਹ ਜਿਹੜਾ ਇਕੱਠ ਇੱਕ ਵਿਸਾਖ 1699 ਦਾ ਜਿਹੜਾ ਇਕੱਠ ਜਿਹੜਾ ਉਹਨਾਂ ਸਮਿਆਂ 'ਚ ਉਦੋਂ ਹੋਇਆ, ਉਹਦੇ ਵਾਸਤੇ ਸਤਿਗੁਰਾਂ ਨੇ ਯਤਨ ਕੀਤਾ ਸੀ। ਸੰਗਤ ਨੂੰ ਕਹਿ ਕੇ ਫਿਰ ਕੇਸਗੜ੍ਹ ਸਾਹਿਬ ਵਿੱਚ ਉਹ ਇਕੱਠ ਕਰਵਾਇਆ, ਜਿੱਥੇ 80,000 ਲਗਭਗ ਕਹਿੰਦੇ ਨੇ ਸਿੱਖ ਸੰਗਤਾਂ ਇਕੱਠੀਆਂ ਹੋਈਆਂ। ਉਹ ਸੀ ਉਦੋਂ 1699 ਦਾ ਸਮਾਂ। क्योंकि वो जी शक्ति की प्राप्ति की सतगुरां ਉਹਦੀ ਜੈ ਜੈਕਾਰ ਕਰਨੀ ਸੀ ਉਹਨਾਂ ਸਮਿਆਂ 'ਚ ਸਿੱਖ ਇਕੱਠਿਆਂ ਕਰਕੇ।
क्योंकि उन्होंने समयां में सिख बड़े निर्बल ते कमजोर हो चुके सन, मुगलिया राज से दबे हुए सन, अत्याचार हो रहा सी। उन्होंने समय के हाकम जिहड़े अपने मन मर्जियां करन दे सन, सतगुरां कोलों ये बर्दाश्त नहीं होया। समय की लोड़ सी, या ते उन्होंने समयां में सतगुरु गोबिंद सिंह सच्चे पातशाह औरंगजेब की हुकूमत को मन लेंदे, अपने आप को उसके अधीन कर देंदे, या फिर दूसरा एक पक्ष सी भाई शस्त्र लैके फिर उसका टाकरा करते, टकराव करते, हसते खेडते सारे सिर उच्चा करके जीवन की जात दसते। सतगुरु गोबिंद सिंह सच्चे पातशाह फिर वीर रस वो जो ऑप्शन सी वो उन्होंने अपनाया उन्होंने समयां दे विच, भाई अधीन नहीं होना किसी ने। शस्त्र लैके ते फिर उन्होंने फिर टकराव बनाया, सिखा फिर वीरता बहादुर बनाने वास्ते सतगुरां फिर उत्थे इकट्ठ कीता। 80,000 का इकट्ठ उत्थे होया उन्होंने समयां दे विच। सो कभी उन्होंने समय की बाबत लिखता भी उत्थे मेला जिहड़ा सतगुरु गोबिंद सिंह सच्चे पातशाह कीता, उन्होंने समय च वो कैसा समा सी, कहते सी भाई ऐतकी भी समय दियां रौनकां ने भारियां। कभी कहता भी इस बार भी मेले दियां रौनकां ने भारियां, पर दूजे पासे हुंदियां ने होर ही तैयारियां। किहड़ियां तैयारियां? जिथे सामने की रौनक सी, सतगुरु गोबिंद सिंह सच्चे पातशाह बड़ा बड़ा मनसूबा तैयार किया होया सी इन्होंने वास्ते, क्योंकि अज उन्होंने उस शस्त्र नूं वो जिहड़ी शक्ति देवी प्रगट करके गई सी, ਉਹਦੇ ਨਾਲ ਅੱਜ जिथे वीर रस पैदा करना इन्हां सारिਆਂ ਦੇ ਵਿੱਚ। तो ताई कभी कहता भी सतगुरां दे हुक्म अनुसार मेले दे विच बड़ा रश सी उन्हां समयां दे विच, पर दूजे पासे तैयारियां होर ही कुछ हो रही सन। किदां दियां? कहंदे ने उच्ची जी थड़े उच्ची जी थावे एक साजिया दीवान है, ते सजे हुए दीवान की तैयारी भी महान है। ढाडी ते सारंगी ताई ढाडी पए गाउंदे आ, उच्ची उच्ची वारां दियां हिक्कां पए गाउंदे आ। होया कि अचन चेत जिवें कोई चुप वरता गया, ते भरे हुए पंडाल ते सनाटा जिहा छा गया। जदों सतगुरां ने आण के बाहर पंडाल के सामने संगत के सामने दरबान कट के आख्या ना कि जदों मैनूं एक सिर की जरूरत है, तो फिर सारियां ने अखां नीचियां कर लियां ने। उदों किसी ने तां चुक के वेख्या नहीं, सगों गल्लां करन लग पे सन भी इत्थे ते इन्हां दे दर्शन करन आए सन, ते इह साडे कोल सिर मंगण लग पए ने। ये अज कोई नवेकला ही मेला हो गया है। तो ताई कभी कहना है भाई अजन चेत जिवें कोई चुप वरता गया, ते भरे हुए पंडाल च सनाटा जिहा छा गया। हुण सतगुरु गोबिंद सिंह सच्चे पातशाह थड़े उत्ते खड़े ने, ऐसा निराला उन्हां दा रूप है, अज शान ही कुछ निराली है, चेहरे का जलाल ही कुछ होर है। अज महाराज की निराली हुई शान आ, ते हाथ विच फड़ी हुई नंगी किरपान आ, लाल सुइयां अखां ते चेहरा लालो लाल है, ते चंद जे मुखड़े ते होर ही जमाल है। वो जिहड़ा मुस्कुरांदा होया चेहरा अज वीर रस नजर आ गया उस चेहरे ते, ऐसा लालो लाल पखिया होया। कहते ने पहला तलवार ताई हाथ उत्ते तोलिया, पहला तलवार ताई हाथ उत्ते तोलिया, ते शेर वांगू गज के दतार इदां बोलिया। शेर वांगू गज के दतार इदां बोलिया। किस तरह बोलिया? ओ जी बोले गज के श्री दशमेश जी, बोले गज के श्री दशमेश जी, बोले गज के श्री दशमेश जी, बोले गज के श्री दशमेश जी।
सतगुरां फिर गज के उत्थे सारिआं नूं आख्या, बोले गज के श्री दशमेश जी सुनो खालसा नाल ध्यान, मैनू पंथ सजाउण वास्ते घरों भेजिया आप भगवान, ते मैं पंथ सजाउणा खालसा जिहदी जग तो न्यारी शान। सतगुरु गोबिंद सिंह सच्चे पातशाह आख्या भाई हुण मैं ऐसा वारा ते न्यारा पंथ सजा देना जिहदी सारिआं तो वखरी शान होनी है, क्योंकि दो तो तीन करन आए हुए सन। ये ते निश्ता बहुत पुराना इन्होंने अपने मन च धारिया होया सी। सो सतगुरां उत्थे वो जिहड़ा इकट्ठ होया सी, महाभारी इकट्ठ जिन्होंने आख्या गया उन्हां समयां दे विच केसगढ़ च सतगुरां आण के बाहर तलवार कढीए म्यान चों ते आख्या भी एक सिर की लोड़ है कोई गुरु का बेटा जेड़ा एक सिर आण के करे भेटा। सतगुरां आण के ललकारा मारिया उत्थे, एक बारी आवाज मारी, दो बारी आवाज मारी, तीसरी बारी भी आवाज मारी है। सच्चे पातशाह उत्थे आख्या भी सन्मुख सिख रूप है कोई, शीश पेट कर देवे सोई, तीन बेर श्री मुख जप गायो, हाथ जोड़ सेवक एक आयो। सतगुरां उत्थे फिर तीन वारी ललकारा मारिया भी है कोई सिर जेड़ा आण के गुरु दी चरणां च भेटा करे। तीन बारी आखना पिया, फिर किते एक जेड़ा दयाराम खत्री है वो आण के फिर लाहौर दा रहन वाला वो अगे आण के खड़ा होया। दयाराम खत्री आण के फिर हाथ जोड़ के अगे खड़ा हो गया। सच्चे पातशाह तुसीं तां एक सिर की गल मंगी है, मेरा तो सारा जीवन ही तुहाडा है, सारा का सारा ये शरीर ही तुहाडा है, तुसीं जो चाहे जिस तरह चाहे इहनूं इहदा इस्तेमाल कर सकते हो। सतगुरां फिर ਉਹਦੇ बारे नजर मारीए भाई ये लाहौर का रहने वाला जिहड़ा आया ये कैसा सिख है। सतगुरां ने कहा भी सिर विछिया दी तुमड़ी, वो दया सिंह खत्री हुण कहंदा भी सिर विछिया दी तुमड़ी ते तू अमृत दी खान, तेरी जित सिर दित्या होवे तां लै मेरे सुल्तान। मेरा सिर लल्ला तो मेरी जी केड़ी कोई बड़ी गल है। ए जन्म तुम्हारे लिखा ओ लिखा विच गल ही कोई नहीं। सच्चे पातशाह दयाराम खत्री
लाहौर निवासी कहता भी ये जन्म ही तेरे लेके ला देगा मैं ते जे मेरे सिर ते ਤੁਹਾਡੀ ਜਿੱਤ ਹੁੰਦੀ ਹੈ ਤੇ ਲੈ ਲੈ ਫਿਰ ਸਿਰ ਕੀ ਮੇਰੀ ਜਾਨ ਹੀ ਆ ਜਾਏ। ਫਿਰ ਅੰਦਰ ਲੈ ਗਏ ਨੇ ਸਿਰ ਧੜ ਤੋਂ ਅਲੱਗ ਕੀਤਾ। ਦੂਜੀ ਵਾਰ ਫਿਰ ਆਣ ਕੇ ਲਲਕਾਰਾ ਮਾਰਿਆ ਹੈ ਕੋਈ ਗੁਰੂ का बेटा। ਫਿਰ ਉਸੇ ਤਰ੍ਹਾਂ ਹੀ ਆਵਾਜ਼ ਮਾਰੀ ਤੇ ਫਿਰ ਭਾਈ ਜਿਹੜਾ ਧਰਮ ਰਾਏ ਧਰਮ ਚੰਦ ਜਿਹੜਾ ਸੀ ਉਹ ਉੱਠਿਆ ਦਿੱਲੀ ਨਿਵਾਸੀ ਜਿਹੜਾ ਉਹਨੇ ਉੱਠ ਕੇ ਫਿਰ ਸਤਿਗੁਰਾਂ ਦੇ ਸਨਮੁਖ ਹੋ ਕੇ ਤੇ ਆਪਣਾ ਸੀਸ ਫਿਰ ਭੇਟ ਕੀਤਾ। ਤੀਜੀ ਵਾਰ ਫਿਰ ਸਤਿਗੁਰਾਂ ਉਸੇ ਤਰ੍ਹਾਂ ਲਲਕਾਰਾ ਮਾਰਿਆ ਤੇ ਭਾਈ ਹਿੰਮਤ ਰਾਏ ਜਿਹੜਾ ਸੀ ਉਹ ਝੀਵਰ ਦਾ ਰਹਿਣ ਵਾਲਾ ਜਗਨਨਾਥਪੁਰੀ ਦਾ ਸੀ ਉਹ ਉੱਠਿਆ। ਇਸ ਤਰ੍ਹਾਂ ਫਿਰ ਚੌਥੇ ਦੀ ਵਾਰੀ ਆਈ ਹੈ ਸਤਿਗੁਰਾਂ ਫਿਰ ਉਸੇ ਤਰ੍ਹਾਂ ਲਲਕਾਰਾ ਮਾਰਿਆ ਭਾਈ ਮੋਹਕਮ ਚੰਦ ਨੂੰ ਜਿਹੜਾ ਸ਼ੀਪਾ ਸੀ ਦਵਾਰਕਾ ਨਿਵਾਸੀ ਸੀ ਉੱਥੋਂ ਦਾ ਰਹਿਣ ਵਾਲਾ ਸੀ। ਪੰਜਵਾਂ ਜਿਹੜਾ ਸੀ ਉਹ ਸਾਹਿਬ ਚੰਦ ਸੀ ਨਾਈ ਬਿਦਰ ਦਾ ਰਹਿਣ ਵਾਲਾ। ਸਤਿਗੁਰਾਂ ਪੰਜਾਂ ਨੂੰ ਜਾ ਕੇ ਸਿਰ ਕਲਮ ਕਰਕੇ ਤੇ ਫਿਰ ਪਤਾ ਹੀ ਨਹੀਂ ਕਿਹੜਾ ਕਿਹਦੇ ਉੱਤੇ ਕਿਹੜਾ ਕਿਹਦੇ ਉੱਤੇ ਤੇ ਕਿਹੜਾ ਕਿਹਦੇ ਉੱਤੇ ਲਾ ਕੇ ਤੇ ਫਿਰ ਉਹਨਾਂ ਨੂੰ ਪਰਿਆਂ ਕਰ ਦਿੱਤਾ। ਖੜਾ ਕਰਕੇ ਤੇ ਫਿਰ ਸਤਿਗੁਰਾਂ ਨੇ ਆਪ ਫਿਰ ਅੰਮ੍ਰਿਤ ਤਿਆਰ ਕੀਤਾ ਉੱਥੇ ਅੰਮ੍ਰਿਤ ਤਿਆਰ ਕੀਤਾ ਤਾਂ ਫਿਰ ਇਹਨਾਂ ਸਾਰਿਆਂ ਨੂੰ ਪੰਜਾਂ ਨੂੰ ਉੱਥੇ ਫਿਰ ਅੰਮ੍ਰਿਤ ਛਕਾਇਆ। ਮੂੰਹ 'ਚ ਗਰੋਲੀਆਂ ਕਰਵਾਈਆਂ ਨੇ ਨੇਤਰਾਂ 'ਚ ਛੱਟੇ ਮਰਵਾਏ ਨੇ ਕੇਸਾਂ 'ਚ ਛੱਟੇ ਮਰਵਾਏ ਨੇ। ਅੰਮ੍ਰਿਤ ਛਕਾ ਕੇ ਤਾਂ ਫਿਰ ਇਹਨਾਂ ਸਾਰਿਆਂ ਨੂੰ ਅੰਮ੍ਰਿਤ ਧਾਰੀ ਬਣਾ ਦਿੱਤਾ। ਜਦੋਂ ਅੰਮ੍ਰਿਤ ਧਾਰੀ ਬਣਾਇਆ ਤਾਂ ਫਿਰ ਉਹ ਜਿਹੜਾ ਦਇਆ ਰਾਮ ਸੀ ਫਿਰ ਖੱਤਰੀ ਫਿਰ ਉਹ ਦਇਆ ਰਾਮ ਨਹੀਂ ਰਹਿ ਗਿਆ ਉੱਥੇ ਫਿਰ ਦਇਆ ਸਿੰਘ ਖੱਤਰੀ ਬਣਾਤਾ। ਧਰਮ ਚੰਦ ਜਿਹੜਾ ਸੀ ਉਹਨੂੰ ਧਰਮ ਸਿੰਘ ਬਣਾਤਾ। ਹਿੰਮਤ ਰਾਏ ਨੂੰ ਹਿੰਮਤ ਸਿੰਘ ਬਣਾਤਾ। ਮੋਹਕਮ ਚੰਦ ਨੂੰ ਮੋਹਕਮ ਸਿੰਘ ਬਣਾਤਾ ਤੇ ਸਾਹਿਬ ਚੰਦ ਨੂੰ ਸਾਹਿਬ ਸਿੰਘ ਬਣਾਤਾ। ਇਸ ਤਰ੍ਹਾਂ ਨੇ ਉੱਥੇ ਅੰਮ੍ਰਿਤ ਛਕਾ ਕੇ ਇਹਨਾਂ ਦੇ ਵਿੱਚ ਉਹ ਫਿਰ ਵੀਰਤਾ ਭਰ ਦਿੱਤੀ ਹੈ ਬਹਾਦਰ ਬਣਾ ਦਿੱਤਾ ਸਿੰਘ ਬਣਾ ਦਿੱਤਾ। ਉੱਥੇ ਫਿਰ ਗੋਬਿੰਦ ਰਾਏ ਤੋਂ ਫਿਰ ਆਪਣਾ ਨਾਮ ਹੀ ਉੱਥੇ ਗੋਬਿੰਦ ਸਿੰਘ ਇਹਨਾਂ ਨੇ ਬਣਾਇਆ। ਉਹਨਾਂ ਸਮਿਆਂ ਤੇ ਭਾਵ ਉਹ ਜਿਹੜੇ ਨਿਰਬਲ ਤੇ ਜਿਹੜੇ ਕਮਜ਼ੋਰ ਹੋਏ ਲੋਕੀ ਸਨ ਇਕੱਠੇ ਹੋਏ ਜਿਹੜੇ ਮੁਗਲਿਆ ਸ਼ਾਸਕ ਤੋਂ ਡਰੇ ਹੋਏ ਦੁਬਕੇ ਹੋਏ ਸਤਿਗੁਰਾਂ ਨੇ ਫਿਰ ਉੱਥੇ ਇੱਕ ਐਸਾ ਪੰਥ ਤਿਆਰ ਕੀਤਾ ਇਹਨਾਂ ਨੂੰ ਉਸ ਸ਼ਕਤੀ ਦੇ ਨਾਲ ਨਾਲੇ ਅੰਮ੍ਰਿਤ ਛਕਾਇਆ ਨਾਲੇ ਫਿਰ ਬਾਣੀ ਨਾਲ ਇਹਨਾਂ ਨੂੰ ਜੋੜਿਆ। ਬਾਕੀ ਜਿਹੜਾ ਅੰਮ੍ਰਿਤ ਸਾਰੀ ਸਾਧ ਸੰਗਤ ਨੂੰ ਵਰਤਾਇਆ ਵਾਜਾ ਮਾਰ ਮਾਰ ਕੇ ਉੱਥੇ ਦਿੱਤਾ ਸਾਰਿਆਂ ਨੂੰ। ਉਹ ਜਿੱਪੀ ਉਹ ਪੋਲ ਖੰਡੇ ਤਾਰ ਉਹ ਵਾਜਾ ਨਾਮ ਸੋਹਣਾ
सतगुਰਾਂ ने फिर 1699 का वो एक विसाख का जिहड़ा दिन सी, जिन्हों सारा देश देशा विदेशों में मनाया जाता है बड़ी धूमधाम के नाल। सतगुਰਾਂ उत्थे फिर निर्बल ते जिहड़े इकट्ठे हुए लोगों को फिर वीर ते बहादुर बनाता सी उन्हां समय। ऐसा सिख सूरमा साधु सूरत मूरत बनाते सी भाई ना तो वो किते वो छिप सकता सी, क्योंकि एक समा एक ऐसा आया सी भाई जदों गुरु तेग बहादुर सच्चे पातशाह जी जो इत्थे शहीदी प्राप्त हुई है ना, उन्हां समयां दे विच किसी ने उन्हां दा सिर ते धार जिहड़ा संभालिया नहीं सी। भावें उन्हां समयां दे विच दिल्ली विच बड़े सिख सन, पर वो सिख कोई विरला ही अगे आया है, लकी शाह बंजारा या भाई जेता है। तो सतगुरु गोबिंद सिंह सच्चे पातशाह जी के कोल जदों भाई जेता जो दलित सिख लैके गया ना सतगुਰਾਂ का सिर, तो सतगुर फिर उत्थे बड़े नाराज हुए सन, बड़ा गुस्सा होया, बड़ा दुख लग्या उन्होंने भी सतगुरु तेग बहादुर सच्चे पातशाह उत्थे शहीदी प्राप्त की, ते उत्थे कोई सिख नहीं सन जिहड़े इन्हां दा सिर संभाल सकते या धड़ संभाल सकते। तो भाई जेता जो लैके गया से भाई वो फिर दसिया भाई है तो बड़े सिख ने, पर मुगलिया शासक जो है वो सल्तनत तो डरद्या होया कोई अगाह नहीं होया। ऐसा भय ऐसा खौफ सी सिखा उन्होंने समय क्योंकि बड़े कमजोर हो चुके सन, निर्बल हो चुके सन, मन ढट्ठे हुए सन, किसी का सामना नहीं सन कर सके। गुरु गोबिंद सिंह सच्चे पातशाह होते फिर ये मन च संकल्प लिया सी भाई मैं ऐसा साबित सूरत मूरत सिख बना देवांगा जेड़ा किते लखां करोड़ां जो पछाण हो जाएगी, छुप नहीं सकेगा अपना समय। तो सतगुਰਾਂ भी फिर अगे आन के जो 33 साल के हुए ने, फिर एक विसाख 1699 वो फिर उन्होंने वो जरा अपने मन का संकल्प सी उत्थे पूरा किया, साबित सूरत सिख बनाता, नाल अमृतधारी बनाता। उत्थे फिर ऐसा सूरमा बली सिख बनाया भाई जिन्हें अगे जाके बड़े 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 योधे बने ने इन्हां ही सिखां दे विचों। सो वो जिहड़ा विसाखी का तिहाड़ा वो उत्थे सतगुਰਾਂ ने मनाया उन्हां समयां दे विच। वो होई समा ऐसा बन गया, देखो सतगुरु गोबिंद सिंह सच्चे पातशाह जदों शरीर का हमला कर गए ने तो उत्थे फिर वही हाल हो गया। फिर सिक्खी जिहड़ी वो पतित हो गई है, सिख फिर आपो धाप च लग गए ने, और है रीत और है प्रतीत, महान ज्ञान महान और है जन का ऐसा का साफ बन गया भी तुर्कां वाला भेष बन गया उन्होंने समय में। फिर सतगुरु गोबिंद सिंह सच्चे पातशाह जी जान तो पहला तो फिर उस सतगुरु गोबिंद सिंह सच्चे पातशाह जी फिर मुरझाई हुई सिक्खी नूं सतगुरु राम सिंह सच्चे पातशाह ने 158 साल बाद फिर से भैणी साहब विखे 12 अप्रैल 1857 ਨੂੰ फिर इसे तरह इकट्ठ करवा के फिर उत्थे फिर पंज प्यारिਆਂ ਨੂੰ ਅੰਮ੍ਰਿਤ ਛਕਾ के ते फिर 16वां योद्धा सिख बनाया उत्थे जिथे सतगुरु गोबिंद सिंह सच्चे पातशाह अमृतधारी बनाया सी। सतगुरु राम सिंह सच्चे पातशाह फिर नाम का छक्का दे के नाल अमृतधारी ने बनाया, नामधारी नहीं बनाया उत्थे ऐसे सिख जाते सो वो संत खाल से बना देते। सो सतगुरु राम सिंह सच्चे पातशाह वो जड़ी गुरु नानक देव सच्चे पातशाह जी भविष्यवाणी की सी ना, मैं फिर करूँगा खालसा बसे विच पंजाब, वो सतगुਰਾਂ ने आन के वो फिर मुरझाई हुई सिक्खी नूं फिर उत्थे आन के फिर मुड़ सुरजीत कीता, साध सूरत मूरत सिख बनाता, नामधारी सिख बनाता। नाल ओही विसाखी का दिहाड़ा वो एक विसाख 1699 सी, 158 साल बाद एक विसाख भाव 12 अप्रैल 1857 ਨੂੰ सतगुਰਾਂ फिर उस तरह सिख सजाते हैं क्योंकि वो रीत मुक्त नहीं जान गई सी। वो मिट खालसे दी रीत मिट जानी गुरु राम सिंह
सतगुरु राम सिंह सच्चे पातशाह, क्योंकि इन्हां जिहड़ी मर्यादा सी वो हजूर साहब तो मंगवाई सी। भाई राय सिंह लैन गया सी, उही मर्यादा नूं अगे फिर आण के प्रचलित कीता सतगुरु राम सिंह सच्चे पातशाह। फिर वो जिहड़े मुरझाए हुए सिख सन, ढाए टट्ठे हुए सिख सन, उन्हां नूं विसाखी वाले दिन अमृत छका के ਤਾਂ ਫਿਰ ਉਹਨਾਂ ਨੂੰ ਸੂਰਮਾ ਬੜੀ ਯੋਧਾ ਬਣਾਤਾ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਅੰਮ੍ਰਿਤ ਦਾ ਦਾਤੇ ਆਖਿਆ ਕਿ ਸਰਬਸਤਾਨੀ ਸਾਹਿਬੇ ਕਮਾਲ। ਇਹ ਸਾਰੇ ਨਾਮ ਪਤਾ ਨਹੀਂ ਕਿਤਨੇ ਕਿਤਨੇ ਨਾਮ ਉਹਨਾਂ ਸਮਿਆਂ ਦੇ ਵਿੱਚ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ। ਸੋ ਇਹ ਵਿਸਾਖੀ ਦਾ ਜਿਹੜਾ ਦਿਹਾੜਾ ਹੈ ਇਹ ਦੇਸ਼ ਵਿੱਚ ਹੀ ਨਹੀਂ ਪ੍ਰਦੇਸ਼ਾਂ ਵਿੱਚ ਵੀ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹਨਾਂ ਸਮਿਆਂ 'ਚ ਜਗ੍ਹਾ ਜਗ੍ਹਾ ਮੇਲੇ ਕਰਵਾਏ ਜਾਂਦੇ ਨੇ। ਸੋ ਇਹਨਾਂ ਮੇਲਿਆਂ 'ਚ ਬੜੇ ਬੜੇ ਵੱਡੇ ਢਾਡੀ ਜਥੇ ਕੀਰਤਨ ਰਾਗੀ ਆਪ ਜੀ ਨੂੰ ਇਤਿਹਾਸ ਸਰਵਣ ਕਰਨ ਦਾ ਮੌਕਾ ਮਿਲਦਾ ਹੈ। ਇਹਨਾਂ ਸਮਿਆਂ ਦੀ ਇਸ ਵਿਸਾਖੀ ਦੇ ਸ਼ੁਭ ਦਿਹਾੜੇ ਦੀ ਆਪ ਸਭ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹੋਇਆ ਦਾਸ ਇੱਥੇ ਖਿਮਾ ਦਾ ਜੱਜ ਕੇ ਸਤਿ ਸ੍ਰੀ ਅਕਾਲ।